Good morning, students. Today we will start chapter 2 Acids, Bases and Salts ਤੇਜ਼ਾਬ ਖਾਰ ਅਤੇ ਲੂਣ। ਪਹਿਲਾਂ ਆਪਾਂ ਐਸਿਡਸ ਤੇ ਬੇਸਿਸ ਬਾਰੇ ਪੜਾਂਗੇ, ਦੈਨ ਸਾਲਟਸ ਬਾਰੇ ਡਿਸਕਸ ਕਰਾਂਗੇ। ਐਸਿਡਸ ਤੇ ਬੇਸਿਸ ਆਪਾਂ ਲੋਅਰ ਕਲਾਸਿਸ 'ਚ ਵੀ ਪੜਿਆ ਹੋਇਆ। ਐਸਿਡਸ ਤੇਜ਼ਾਬ ਹੁੰਦੇ ਆ, ਬੇਸਿਸ ਖਾਰ। ਇਹਨਾਂ ਵਿੱਚ ਡਿਫਰੈਂਸ ਦੇਖਦੇ ਹਾਂ ਪਹਿਲਾਂ। ਫਸਟ, ਥੀਸ ਆਰ ਸੋਰ ਇਨ ਟੇਸਟ। ਐਸਿਡਸ ਕੀ ਹੁੰਦੇ ਨੇ, ਉਹ ਟੇਸਟ ਉਹਨਾਂ ਦਾ ਸੋਰ ਹੁੰਦਾ, ਖੱਟੇ ਹੁੰਦੇ ਨੇ। ਬੇਸਿਸ, ਥੀਸ ਆਰ ਬਿਟਰ ਇਨ ਟੇਸਟ। ਇਹਨਾਂ ਦਾ ਟੇਸਟ ਕੌੜਾ ਹੁੰਦਾ, ਬਿਟਰ, ਕੌੜੇ। ਸੈਕਿੰਡ, ਦੇ ਟਰਨ ਬਲੂ ਲਿਟਮਸ ਟੂ ਰੈੱਡ। ਇਹ ਬਲੂ ਲਿਟਮਸ ਨੂੰ ਰੈੱਡ ਵਿੱਚ ਚੇਂਜ ਕਰ ਦਿੰਦੇ ਆ। ਬੇਸਿਸ, ਦੇ ਟਰਨ ਰੈੱਡ ਲਿਟਮਸ ਟੂ ਬਲੂ। ਇਹ ਰੈੱਡ ਲਿਟਮਸ ਨੂੰ ਬਲੂ 'ਚ ਟਰਨ ਕਰ ਦਿੰਦੇ ਆ, ਚੇਂਜ ਕਰ ਦਿੰਦੇ ਆ। ਇਹ ਨੀਲੇ ਲਿਟਮਸ ਦਾ ਰੰਗ ਲਾਲ ਕਰ ਦਿੰਦੇ ਨੇ ਅਤੇ ਇਹ ਲਾਲ ਲਿਟਮਸ ਦਾ ਰੰਗ ਨੀਲਾ ਕਰ ਦਿੰਦੇ ਆ। ਬੇਸਿਸ ਯਾਦ ਰੱਖਣਾ, ਬੀ ਤੋਂ ਬੇਸਿਸ ਹੁੰਦੇ ਨੇ ਅਤੇ ਇਹਨਾਂ ਦਾ ਟੇਸਟ ਵੀ ਬਿਟਰ ਹੁੰਦਾ ਬੀ ਤੇ ਚੇਂਜ ਵੀ ਕੀ ਕਰਦੇ ਨੇ, ਬਲੂ 'ਚ ਚੇਂਜ ਕਰ ਦਿੰਦੇ ਨੇ, ਰੈੱਡ ਲਿਟਮਸ ਬਲੂ। ਨੈਕਸਟ, ਦੇ ਗਿਵ H ਪੋਜ਼ੀਟਿਵ ਆਇਨਸ ਇਨ ਐਕੁਅਸ ਸੋਲਿਊਸ਼ਨ। ਇਹ ਹਾਈਡਰੋਜਨ ਆਇਨਸ ਰਿਲੀਜ਼ ਕਰਦੇ ਨੇ ਐਕੁਅਸ ਸੋਲਿਊਸ਼ਨ ਦੇ ਵਿੱਚ। H ਪੋਜ਼ੀਟਿਵ ਆਇਨਸ ਹੀ ਉਹਨਾਂ ਦੇ ਐਸਿਡਿਕ ਨੇਚਰ ਦਾ ਕਾਰਨ ਹੁੰਦੇ ਨੇ। ਬੇਸਿਸ, ਦੇ ਗਿਵ OH ਨੈਗੇਟਿਵ ਆਇਨਸ ਇਨ ਐਕੁਅਸ ਸੋਲਿਊਸ਼ਨ। OH ਨੈਗੇਟਿਵ ਆਇਨਸ ਹਾਈਡਰੋਕਸਾਈਡ ਆਇਨਸ ਹੁੰਦੇ ਨੇ। ਇਹ ਹਾਈਡਰੋਕਸਾਈਡ ਆਇਨਸ ਦਿੰਦੇ ਨੇ ਐਕੁਅਸ ਸੋਲਿਊਸ਼ਨ ਦੇ ਵਿੱਚ, ਅਤੇ ਜਿਹਦੇ ਕਰਕੇ ਇਹਨਾਂ ਦਾ ਨੇਚਰ ਕੀ ਹੁੰਦਾ, ਬੇਸਿਕ ਨੇਚਰ ਹੁੰਦਾ। ਨੈਕਸਟ, ਐਸਿਡਸ ਕਰੋਡ ਮੈਟਲਸ। ਐਸਿਡਸ ਕੀ ਕਰਦੇ, ਤੇਜ਼ਾਬ ਕੀ ਕਰਦੇ ਆ, ਮੈਟਲਸ ਨੂੰ ਖੋਰ ਦਿੰਦੇ ਨੇ। ਬੇਸਿਸ, ਸੋਪੀ ਇਨ ਟੱਚ। ਬੇਸਿਸ ਜਦ ਟੱਚ ਕਰੇ ਤੇ ਉਹ ਸੋਪੀ ਹੁੰਦੇ ਨੇ। ਇਹ 'ਚ ਐਗਜ਼ਾਮਪਲ ਹੈ ਐਸਿਡਸ, ਹਾਈਡਰੋਕਲੋਰਿਕ ਐਸਿਡ ਅਤੇ ਸਲਫਿਊਰਿਕ ਐਸਿਡ। HCl ਹੁੰਦਾ ਹਾਈਡਰੋਕਲੋਰਿਕ ਐਸਿਡ, H2SO4 ਸਲਫਿਊਰਿਕ ਐਸਿਡ। ਇਹ ਸਟਰੋਂਗ ਐਸਿਡਸ ਹੁੰਦੇ ਨੇ। ਅਤੇ ਐਸੀਟਿਕ ਐਸਿਡ, ਆਕਜ਼ੈਲਿਕ ਐਸਿਡ ਐਂਡ ਸਿਟਰਿਕ ਐਸਿਡ, ਇਹ ਵੀਕ ਐਸਿਡਸ ਹੁੰਦੇ ਨੇ। ਸਟਰੋਂਗ ਐਸਿਡਸ ਜਿਨ੍ਹਾਂ ਵਿੱਚ ਜ਼ਿਆਦਾ H ਪੋਜ਼ੀਟਿਵ ਆਇਨਸ ਰਿਲੀਜ਼ ਹੋਣਗੇ, ਜ਼ਿਆਦਾ ਮਾਤਰਾ ਹੁੰਦੀ ਆ H ਪੋਜ਼ੀਟਿਵ ਆਇਨਸ ਦੀ, ਉਹ ਸਟਰੋਂਗ ਐਸਿਡਸ ਹੁੰਦੇ ਆ। ਜਿਨ੍ਹਾਂ 'ਚ ਘੱਟ ਮਾਤਰਾ ਹੁੰਦੀ H ਪੋਜ਼ੀਟਿਵ ਆਇਨਸ ਦੀ, ਉਹ ਵੀਕ ਐਸਿਡਸ ਹੁੰਦੇ ਆ। ਬੇਸਿਸ 'ਚ ਐਗਜ਼ਾਮਪਲ NaOH, ਸੋਡੀਅਮ ਹਾਈਡਰੋਕਸਾਈਡ, KOH, ਪੋਟਾਸ਼ੀਅਮ ਹਾਈਡਰੋਕਸਾਈਡ, CaOH2, ਕੈਲਸ਼ੀਅਮ ਹਾਈਡਰੋਕਸਾਈਡ। ਇਹ ਹੈਗੇ ਨੇ ਸਟਰੋਂਗ ਬੇਸਿਸ। ਜਿਨ੍ਹਾਂ ਵਿੱਚ OH ਨੈਗੇਟਿਵ ਦੀ ਅਮਾਊਂਟ, ਮਾਤਰਾ ਜ਼ਿਆਦਾ ਹੁੰਦੀ ਆ, ਉਹ ਹੁੰਦੇ ਆ ਸਟਰੋਂਗ ਬੇਸਿਸ। ਅਮੋਨੀਅਮ ਹਾਈਡਰੋਕਸਾਈਡ ਅਤੇ ਅਮੋਨੀਆ, ਇਹ ਹੈਗੇ ਵੀਕ ਬੇਸਿਸ। ਇਹਨਾਂ ਵਿੱਚ ਹਾਈਡਰੋਕਸਾਈਡ ਆਇਨਸ ਦੀ ਜਿਹੜੀ ਮਾਤਰਾ ਹੁੰਦੀ ਆ, ਉਹ ਘੱਟ ਹੁੰਦੀ ਆ। ਇਹਦੇ 'ਚ ਐਗਜ਼ਾਮਪਲ ਦੇ ਕੇ ਦੱਸਿਆ ਕਿ ਹਾਈਡਰੋਕਲੋਰਿਕ ਐਸਿਡ ਵਿੱਚ ਜਦੋਂ ਵਾਟਰ ਮਿਕਸ ਕਰਿਆ ਤਾਂ H ਪੋਜ਼ੀਟਿਵ ਇਹਦੇ ਅਲੱਗ ਹੋ ਗਏ ਆਇਨਸ ਅਤੇ Cl ਨੈਗੇਟਿਵ ਅਲੱਗ ਹੋ ਗਏ। ਅਤੇ ਉਹ H ਪੋਜ਼ੀਟਿਵ ਆਇਨਸ ਕਰਕੇ ਇਹਨਾਂ ਦਾ ਨੇਚਰ ਕੀ ਆ, ਐਸਿਡਿਕ ਨੇਚਰ ਆ। ਅਤੇ ਜਦੋਂ ਉਹਦੇ ਵਿੱਚ ਫਿਰ ਵਾਟਰ ਐਡ ਹੁੰਦਾ ਤਾਂ ਉਹ ਕੀ ਬਣ ਜਾਂਦੇ ਆ, H3O ਪੋਜ਼ੀਟਿਵ ਹਾਈਡਰੋਨੀਅਮ ਆਇਨਸ ਬਣ ਜਾਂਦੇ ਆ। ਅਤੇ ਬੇਸਿਸ ਵਿੱਚ NaOH ਵਿੱਚ ਜਦੋਂ ਵਾਟਰ ਮਿਕਸ ਕਰਦੇ ਆ ਤਾਂ ਕੀ ਹੁੰਦਾ, Na ਪੋਜ਼ੀਟਿਵ ਅਲੱਗ ਹੋ ਜਾਂਦੇ ਆ ਅਤੇ OH ਨੈਗੇਟਿਵ ਅਲੱਗ ਹੋ ਜਾਂਦੇ ਆ। ਅਤੇ ਹਾਈਡਰੋਕਸਾਈਡ ਕਰਕੇ, ਹਾਈਡਰੋਕਸਾਈਡ ਆਇਨਸ ਕਰਕੇ ਇਹਨਾਂ ਦਾ ਨੇਚਰ ਬੇਸਿਕ ਹੁੰਦਾ। ਆਲ ਬੇਸਿਸ ਡੂ ਨਾਟ ਡਿਜ਼ੋਲਵ ਇਨ ਵਾਟਰ। ਸਾਰੇ ਬੇਸਿਸ ਵਾਟਰ ਵਿੱਚ ਡਿਜ਼ੋਲਵ ਨਹੀਂ ਹੁੰਦੇ, ਅਤੇ ਜਿਹੜੇ ਵਾਟਰ ਵਿੱਚ ਡਿਜ਼ੋਲਵ ਹੋ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਅਲਕਲੀ। ਨੈਕਸਟ ਇਜ਼ ਇੰਡੀਕੇਟਰਸ। ਇੰਡੀਕੇਟਰਸ ਹੁੰਦੇ ਨੇ ਸੂਚਕ। ਥੀਸ ਆਰ ਦ ਸਬਸਟੈਂਸਿਸ ਵਿਚ ਚੇਂਜਿਸ ਦੇਅਰ ਕਲਰ, ਸਮੈਲ ਇਨ ਡਿਫਰੈਂਟ ਟਾਈਪਸ ਆਫ ਸਬਸਟੈਂਸਿਸ। ਡਿਫਰੈਂਟ ਟਾਈਪਸ ਆਫ ਸਬਸਟੈਂਸਿਸ ਮਤਲਬ ਐਸਿਡਸ ਦੇ ਬੇਸ ਦੇ ਵਿੱਚ ਇਹ ਕਲਰ ਜਾਂ ਫਿਰ ਸਮੈਲ ਚੇਂਜ ਕਰ ਦਿੰਦੇ ਆ, ਜਿਹਦੇ ਕਰਕੇ ਪਤਾ ਲੱਗਦਾ ਕਿ ਕਿਹੜੇ ਐਸਿਡਸ ਨੇ, ਕਿਹੜੇ ਬੇਸਿਸ ਨੇ। ਸੂਚਨਾ ਦਿੰਦੇ ਆ, ਸੂਚਕ ਹੁੰਦੇ ਨੇ ਇਹ। ਟਾਈਪਸ ਆਫ ਇੰਡੀਕੇਟਰਸ 3 ਟਾਈਪਸ ਦੇ ਨੇ। ਫਸਟ, ਨੈਚੁਰਲ ਇੰਡੀਕੇਟਰਸ, ਕੁਦਰਤੀ ਸੂਚਕ। ਦੋਜ਼ ਇੰਡੀਕੇਟਰਸ ਫਾਊਂਡ ਇਨ ਨੇਚਰ ਇਨ ਪਲਾਂਟਸ। ਇਹ ਨੇਚਰ, ਕੁਦਰਤ ਤੋਂ ਮਿਲਦੇ ਨੇ ਇਹ ਇੰਡੀਕੇਟਰਸ। ਇਹਨਾਂ ਨੂੰ ਕਹਿ ਦਿੰਦੇ ਆ ਨੈਚੁਰਲ ਇੰਡੀਕੇਟਰਸ। ਐਗਜ਼ਾਮਪਲ, ਫਸਟ ਲਿਟਮਸ। ਲਿਟਮਸ ਦਾ ਕਲਰ ਐਸਿਡਸ ਦੇ ਵਿੱਚ ਰੈੱਡ ਆਉਂਦਾ ਅਤੇ ਬੇਸਿਸ ਦੇ ਵਿੱਚ ਬਲੂ। ਸੈਕਿੰਡ, ਟਰਮੈਰਿਕ, ਇਹ ਹੁੰਦੀ ਆ ਹਲਦੀ। ਐਸਿਡਸ ਦੇ ਵਿੱਚ ਇਹਦਾ ਕਲਰ ਯੈਲੋ ਆਉਂਦਾ ਅਤੇ ਬੇਸਿਸ ਦੇ ਵਿੱਚ ਰੈੱਡ। ਸੈਕਿੰਡ, ਸਿੰਥੈਟਿਕ ਇੰਡੀਕੇਟਰਸ। ਸਿੰਥੈਟਿਕ ਇੰਡੀਕੇਟਰਸ ਸੰਸ਼ਲਿਸ਼ਟ ਸੂਚਕ। ਇਹ ਕੈਮੀਕਲ ਸਬਸਟੈਂਸਿਸ ਹੁੰਦੇ ਆ, ਰਸਾਇਣਿਕ ਪਦਾਰਥ। ਐਗਜ਼ਾਮਪਲ ਇਹਦੇ ਵਿੱਚ ਫਸਟ, ਮਿਥਾਈਲੀਨ ਔਰੇਂਜ। ਮਿਥਾਈਲੀਨ ਔਰੇਂਜ ਦਾ ਕਲਰ ਐਸਿਡਸ ਦੇ ਵਿੱਚ ਰੈੱਡ ਆਉਂਦਾ ਅਤੇ ਬੇਸਿਸ ਦੇ ਵਿੱਚ ਯੈਲੋ। ਫਿਨੋਲਥੈਲੀਨ, ਇਹਦਾ ਐਸਿਡਸ ਦੇ ਵਿੱਚ ਕਲਰ ਕਲਰਲੈਸ ਹੁੰਦਾ ਹੈ ਅਤੇ ਬੇਸਿਸ ਦੇ ਵਿੱਚ ਡਾਰਕ ਪਿੰਕ ਜਾਂ ਫਿਰ ਵਾਇਲਟ ਕਲਰ ਹੁੰਦਾ। ਥਰਡ, olfactory ਇੰਡੀਕੇਟਰਸ। ਇਹ ਹੁੰਦੇ ਨੇ ਸੁੰਘਣ ਸੂਚਕ। ਥੀਸ ਸਬਸਟੈਂਸਿਸ ਹੈਵ ਡਿਫਰੈਂਟ ਆਰਡਰ ਇਨ ਐਸਿਡਸ ਐਂਡ ਬੇਸਿਸ। ਆਰਡਰ ਹੁੰਦੀ ਆ ਸਮੈਲ। ਐਸਿਡਸ ਅਤੇ ਬੇਸਿਸ ਦੇ ਵਿੱਚ ਇਹਨਾਂ ਦੀ ਡਿਫਰੈਂਟ ਸਮੈਲ ਆਉਂਦੀ ਆ। ਐਗਜ਼ਾਮਪਲ, ਫਸਟ, ਵੈਨੀਲਾ ਐਸੈਂਸ। ਇਹਨੂੰ ਆਈਸਕ੍ਰੀਮ ਵਿੱਚ ਫਲੇਵਰ ਦੇ ਤੌਰ 'ਤੇ ਯੂਜ਼ ਕਰਦੇ ਆ। ਇਹਦੀ ਸਮੈਲ ਆ ਜਿਹੜੀ ਐਸਿਡਸ ਦੇ ਵਿੱਚ ਇਨਕਰੀਜ਼ ਹੋ ਜਾਂਦੀ ਹੈ ਅਤੇ ਬੇਸਿਸ ਦੇ ਵਿੱਚ ਕੋਈ ਸਮੈਲ ਨਹੀਂ ਆਉਂਦੀ। ਸੈਕਿੰਡ, ਕਲੋਵ ਆਇਲ। ਇਹ ਹੁੰਦਾ ਲੌਂਗਾਂ ਦਾ ਤੇਲ।
ਐਸਿਡਸ ਦੇ ਵਿੱਚ ਇਹਦੀ ਸਮੈਲ ਇਨਕਰੀਜ਼ ਹੋ ਜਾਂਦੀ ਹੈ ਤੇ ਬੇਸ ਦੇ ਵਿੱਚ ਡਿਕਰੀਜ਼ ਹੋ ਜਾਂਦੀ ਹੈ। ਨੈਕਸਟ ਇਜ਼ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡਸ ਐਂਡ ਬੇਸਿਸ। ਤੇਜ਼ਾਬਾਂ ਅਤੇ ਖਾਰਾਂ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ। ਇਹਦੇ ਵਿੱਚ ਪਹਿਲਾਂ ਕਰਨਾ ਰਿਐਕਸ਼ਨ ਆਫ ਮੈਟਲਸ ਵਿਦ ਐਸਿਡਸ। ਮੈਟਲਸ ਦੀ ਧਾਤਾਂ ਦੀ ਤੇਜ਼ਾਬਾਂ ਨਾਲ ਕੀ ਕਿਰਿਆ ਹੋਊਗੀ, ਤੇ ਫਿਰ ਕਰਨਾ ਮੈਟਲਸ ਦੀ ਜਿਹੜੀ ਰਿਐਕਸ਼ਨ ਹੋਊਗੀ ਉਹ ਬੇਸਿਸ ਨਾਲ ਕਿੱਦਾਂ ਹੋਊਗੀ। ਧਾਤਾਂ ਦੀ ਖਾਰ ਦੇ ਨਾਲ ਕਿਰਿਆ। ਪਹਿਲਾਂ ਐਸਿਡਸ ਦੇ ਨਾਲ ਰਿਐਕਸ਼ਨ ਮੈਟਲਸ ਦੀ ਐਸਿਡ ਦੇ ਨਾਲ, ਐਸਿਡ ਪਲਸ ਮੈਟਲ ਦੋਨੋਂ ਰਿਐਕਟ ਕਰਕੇ ਕੀ ਫਾਰਮ ਕਰਦੇ ਆ, ਸਾਲਟ ਪਲਸ ਹਾਈਡਰੋਜਨ। ਐਸਿਡ ਐਗਜ਼ਾਮਪਲ ਇਹਦੇ ਵਿੱਚ ਐਸਿਡ ਦੀ ਲਿੱਤੀ HCl, ਹਾਈਡਰੋਕਲੋਰਿਕ ਐਸਿਡ। ਮੈਟਲ ਇਹਦੇ ਵਿੱਚ ਜ਼ਿੰਕ, ਦੋਨੋਂ ਰਿਐਕਟ ਕਰਕੇ ਜ਼ਿੰਕ ਕਲੋਰਾਈਡ ਬਣਾ ਰਹੇ ਨੇ ZnCl2। ਇੱਕ ਸਾਲਟ ਪਲਸ ਹਾਈਡਰੋਜਨ, ਹਾਈਡਰੋਜਨ ਆ ਜਿਹੜੀ ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ ਇਹਦੇ ਵਿੱਚ। ਤੇ ਬੇਸ ਨਾਲ ਰਿਐਕਸ਼ਨ, ਬੇਸ ਪਲਸ ਮੈਟਲ ਇਹ ਦੋਨੋਂ ਰਿਐਕਟ ਕਰਕੇ ਕੀ ਫਾਰਮ ਕਰਦੇ ਆ, ਸਾਲਟ ਪਲਸ ਹਾਈਡਰੋਜਨ। ਬੇਸ ਐਗਜ਼ਾਮਪਲ ਲਿੱਤੀ ਆ ਸੋਡੀਅਮ ਹਾਈਡਰੋਕਸਾਈਡ NaOH, ਮੈਟਲ ਜ਼ਿੰਕ, ਦੋਨੋਂ ਰਿਐਕਟ ਕਰਕੇ ਕੀ ਬਣਾ ਰਹੇ ਨੇ Na2ZnO2, ਸੋਡੀਅਮ ਜ਼ਿੰਕੇਟ ਪਲਸ ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ। ਨੈਕਸਟ ਰਿਐਕਸ਼ਨ ਆਫ ਮੈਟਲ ਕਾਰਬੋਨੇਟਸ, ਮੈਟਲ ਹਾਈਡਰੋਜਨ ਕਾਰਬੋਨੇਟਸ ਵਿਦ ਐਸਿਡਸ। ਧਾਤ ਕਾਰਬੋਨੇਟ ਅਤੇ ਧਾਤ ਹਾਈਡਰੋਜਨ ਕਾਰਬੋਨੇਟ ਦੀ ਤੇਜ਼ਾਬਾਂ ਨਾਲ ਕਿਰਿਆ। ਐਸਿਡਸ ਪਲਸ ਮੈਟਲ ਕਾਰਬੋਨੇਟਸ ਜਾਂ ਫਿਰ ਮੈਟਲ ਹਾਈਡਰੋਜਨ ਕਾਰਬੋਨੇਟਸ ਇਹ ਰਿਐਕਟ ਕਰਕੇ, ਇਹ ਤੇਜ਼ਾਬ ਦੇ ਨਾਲ ਰਿਐਕਟ ਕਰਕੇ ਕੀ ਬਣਾ ਰਹੇ ਨੇ, ਸਾਲਟ ਪਲਸ ਕਾਰਬਨ ਡਾਈਆਕਸਾਈਡ ਪਲਸ ਵਾਟਰ। ਐਗਜ਼ਾਮਪਲ ਐਸਿਡਸ, ਐਗਜ਼ਾਮਪਲ ਲਿੱਤੀ ਐਸਿਡ HCl ਪਲਸ ਮੈਟਲ ਕਾਰਬੋਨੇਟ, ਮੈਟਲ ਹੈਗੀ ਆ ਸੋਡੀਅਮ, ਕਾਰਬੋਨੇਟ ਹੁੰਦਾ CO3, ਮੈਟਲ ਕਾਰਬੋਨੇਟ ਲਿੱਤੀ ਹੈ Na2CO3, ਦੋਨੋਂ ਰਿਐਕਟ ਕਰਕੇ ਸਾਲਟ ਬਣਾ ਰਹੇ ਨੇ NaCl ਪਲਸ ਕਾਰਬਨ ਡਾਈਆਕਸਾਈਡ ਪਲਸ ਵਾਟਰ। ਅਨਦਰ ਐਗਜ਼ਾਮਪਲ HCl ਪਲਸ, ਪਹਿਲਾਂ ਆਪਾਂ ਮੈਟਲ ਕਾਰਬੋਨੇਟ ਨਾਲ ਰਿਐਕਸ਼ਨ ਕਰੀ ਸੀ, ਹੁਣ ਮੈਟਲ ਹਾਈਡਰੋਜਨ ਕਾਰਬੋਨੇਟ। ਮੈਟਲ ਸੋਡੀਅਮ ਆ, ਹਾਈਡਰੋਜਨ ਦਾ H, ਕਾਰਬੋਨੇਟ CO3, NaHCO3 ਹੈਗਾ ਮੈਟਲ ਹਾਈਡਰੋਜਨ ਕਾਰਬੋਨੇਟ, ਸੋਡੀਅਮ ਹਾਈਡਰੋਜਨ ਕਾਰਬੋਨੇਟ ਹੈ। ਇਹ ਦੋਨੋਂ ਰਿਐਕਟ ਕਰਕੇ ਬਣਾ ਰਹੇ ਨੇ ਸੋਡੀਅਮ ਕਲੋਰਾਈਡ ਪਲਸ ਕਾਰਬਨ ਡਾਈਆਕਸਾਈਡ ਪਲਸ ਵਾਟਰ। ਇਹ ਰਿਐਕਸ਼ਨ ਆ ਜਿਹੜੀ ਇਹਦੀ ਇਹਨਾਂ ਦੀ ਐਸਿਡਸ ਦੇ ਨਾਲ ਹੀ ਹੁੰਦੀ ਆ, ਬੇਸਿਸ ਦੇ ਨਾਲ ਨਹੀਂ ਹੁੰਦੀ, ਕਿਉਂਕਿ ਮੈਟਲ ਕਾਰਬੋਨੇਟਸ ਹੁੰਦੇ ਆ ਤੇ ਜਾਂ ਫਿਰ ਮੈਟਲ ਹਾਈਡਰੋਜਨ ਕਾਰਬੋਨੇਟਸ ਇਹਨਾਂ ਦਾ ਨੇਚਰ ਵੀ ਬੇਸਿਕ ਹੁੰਦਾ, ਤਾਂ ਕਰਕੇ ਬੇਸ ਦੇ ਨਾਲ ਇਹ ਰਿਐਕਟ ਨਹੀਂ ਕਰਦੇ। ਅਸੀਂ ਹਾਈਡਰੋਜਨ ਗੈਸ ਦੀ ਟੈਸਟਿੰਗ ਕਿਵੇਂ ਕਰ ਸਕਦੇ ਹਾਂ ਕਿ ਕਿਸੇ ਰਿਐਕਸ਼ਨ ਵਿੱਚੋਂ ਹਾਈਡਰੋਜਨ ਗੈਸ ਜਿਹੜੀ ਉਹ ਇਵੋਲਵ ਹੋ ਰਹੀ ਆ। ਤਾਂ ਇਹਦੇ ਲਈ ਕੀ ਕੀਤਾ ਇਹਨਾਂ ਨੇ, ਸਲਫਿਊਰਿਕ ਐਸਿਡ ਲਿੱਤਾ, ਸਲਫਿਊਰਿਕ ਐਸਿਡ ਦੇ ਵਿੱਚ ਜ਼ਿੰਕ ਦੇ ਟੁਕੜੇ ਪਾਏ, ਉਹਦੇ ਨਾਲ ਉਹਦੇ ਵਿੱਚੋਂ ਇੱਕ ਗੈਸ ਇਵੋਲਵ ਹੋਊਗੀ, ਉਹਨੂੰ ਇੱਕ ਪਾਈਪ ਦੇ ਥਰੂ ਵਾਟਰ ਦੇ ਵਿੱਚ ਉਹਨੂੰ ਪਾਸ ਕਰਵਾਤਾ, ਤੇ ਉਹ ਜਿਹੜੇ ਬਬਲਸ ਨੇ ਉਹਦੇ ਵਿੱਚੋਂ ਜਿਹੜੇ ਬਬਲਸ ਨਿਕਲਣਗੇ ਉਹਨਾਂ ਦੇ ਕੋਲ ਕੋਈ ਲਾਈਟਰ ਜਾਂ ਮੋਮਬੱਤੀ ਚਲਾ ਕੇ ਦੇਖਾਂਗੇ ਤਾਂ ਉਹਦੇ ਵਿੱਚੋਂ ਪੌਪ ਸਾਊਂਡ ਅਗਰ ਪ੍ਰੋਡਿਊਸ ਹੋ ਰਹੀ ਹੈ ਤਾਂ ਉਹ ਹਾਈਡਰੋਜਨ ਗੈਸ ਆ। ਤੇ ਜੇ ਕਾਰਬਨ ਡਾਈਆਕਸਾਈਡ ਰਿਲੀਜ਼ ਹੋ ਰਹੀ ਹੈ ਰਿਐਕਸ਼ਨ ਦੇ ਵਿੱਚੋਂ, ਉਹਦੀ ਟੈਸਟਿੰਗ ਕਿੱਦਾਂ ਕਰ ਸਕਦੇ ਹਾਂ, ਲਾਈਮ ਵਾਟਰ ਦੇ ਥਰੂ ਅਗਰ ਕਾਰਬਨ ਡਾਈਆਕਸਾਈਡ ਗੈਸ ਪਾਸ ਕਰਵਾਉਂਦੇ ਹਾਂ ਤਾਂ ਲਾਈਮ ਵਾਟਰ ਦਾ ਕਲਰ ਮਿਲਕੀ ਹੋ ਜਾਂਦਾ, ਤਾਂ ਇੱਥੋਂ ਪਤਾ ਲੱਗਦਾ ਕਿ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਆ ਉਹ ਰਿਲੀਜ਼ ਹੋਈ ਆ। ਨੈਕਸਟ ਰਿਐਕਸ਼ਨ ਆਫ ਐਸਿਡਸ ਐਂਡ ਬੇਸਿਸ ਵਿਦ ਈਚ ਅਦਰ। ਐਸਿਡਸ ਤੇ ਬੇਸਿਸ ਦੀ ਇੱਕ ਦੂਜੇ ਨਾਲ ਰਿਐਕਸ਼ਨ, ਇਹਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਕਹਿੰਦੇ ਆ। When an acid react with base to form water and salt called neutralization reaction। ਜਦੋਂ ਐਸਿਡ ਬੇਸ ਦੇ ਨਾਲ ਰਿਐਕਟ ਕਰਕੇ ਵਾਟਰ ਤੇ ਸਾਲਟ ਬਣਾ ਰਹੇ ਨੇ ਤਾਂ ਉਹ ਰਿਐਕਸ਼ਨ ਨੂੰ ਕਹਿੰਦੇ ਆ ਨਿਊਟਰਲਾਈਜੇਸ਼ਨ ਰਿਐਕਸ਼ਨ। ਐਸਿਡ ਬੇਸ ਨਾਲ ਰਿਐਕਟ ਕਰਕੇ ਕੀ ਫਾਰਮ ਕਰ ਰਿਹਾ, ਸਾਲਟ ਪਲਸ ਵਾਟਰ। ਐਸਿਡ HCl ਬੇਸ NaOH ਦੋਨੋਂ ਰਿਐਕਟ ਕਰਕੇ NaCl ਬਣਾ ਰਹੇ ਨੇ, NaCl ਤੇ H ਤੇ OH ਮਿਲ ਕੇ ਬਣਾ ਰਹੇ ਨੇ ਵਾਟਰ। ਇਸ ਤਰ੍ਹਾਂ ਦੀ ਰਿਐਕਸ਼ਨ ਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਕਹਿੰਦੇ ਆ। ਪੰਜਾਬੀ 'ਚ ਇਹਨੂੰ ਉਦਾਸੀਨੀਕਰਨ ਕਿਰਿਆ ਕਹਿੰਦੇ ਆ। ਨੈਕਸਟ ਰਿਐਕਸ਼ਨ ਆਫ ਮੈਟੈਲਿਕ ਆਕਸਾਈਡਸ ਵਿਦ ਐਸਿਡਸ। ਮੈਟੈਲਿਕ ਆਕਸਾਈਡਸ ਬੇਸ ਹੁੰਦੇ ਨੇ, ਬੇਸਿਕ ਨੇਚਰ ਹੁੰਦਾ ਇਹਨਾਂ ਦਾ, ਤਾਂ ਬੇਸ ਦੀ ਰਿਐਕਸ਼ਨ ਐਸਿਡ ਦੇ ਨਾਲ ਇਹ ਕਿਹੜੀ ਹੁੰਦੀ ਹੈ, ਇਹ ਹੁਣੇ ਆਪਾਂ ਕਰਕੇ ਹਟੇ ਹਾਂ ਨਿਊਟਰਲਾਈਜੇਸ਼ਨ ਰਿਐਕਸ਼ਨ। ਤਾਂ ਇਹ ਵੀ ਨਿਊਟਰਲਾਈਜੇਸ਼ਨ ਰਿਐਕਸ਼ਨ ਆ। ਮੈਟੈਲਿਕ ਆਕਸਾਈਡ ਇਹਦੇ ਵਿੱਚ ਐਗਜ਼ਾਮਪਲ ਕੈਲਸ਼ੀਅਮ ਆਕਸਾਈਡ, ਮੈਟਲ ਹੈਗਾ ਕੈਲਸ਼ੀਅਮ ਤੇ ਆਕਸਾਈਡ ਆ, ਆਕਸਾਈਡ ਮਤਲਬ ਆਕਸੀਜਨ ਲੱਗੀ ਹੋਊਗੀ ਨਾਲ, ਇਹ ਐਗਜ਼ਾਮਪਲ ਹੋ ਸਕਦੀ ਜਾਂ ਫਿਰ ਮੈਗਨੀਸ਼ੀਅਮ ਆਕਸਾਈਡ। ਇਹਦੇ ਵਿੱਚ ਐਸਿਡ ਦੀ ਰਿਐਕਸ਼ਨ ਮੈਟੈਲਿਕ ਆਕਸਾਈਡ ਦੇ ਨਾਲ ਹੋਊਗੀ
ਤਾਂ ਨਿਊਟਰਲਾਈਜੇਸ਼ਨ ਰਿਐਕਸ਼ਨ ਵਿੱਚ ਕੀ ਬਣਦਾ ਸੀ ਸਾਲਟ ਪਲੱਸ ਵਾਟਰ, ਇਹਦੇ ਵਿੱਚ ਵੀ ਕੀ ਫਾਰਮ ਹੋਊਗਾ ਸਾਲਟ ਪਲੱਸ ਵਾਟਰ। ਐਸਿਡ HCl, ਮੈਟੈਲਿਕ ਆਕਸਾਈਡ ਦੇ ਵਿੱਚ ਕੈਲਸ਼ੀਅਮ ਆਕਸਾਈਡ ਲਿੱਤਾ ਮੈਟਲ ਕੈਲਸ਼ੀਅਮ ਆਕਸਾਈਡ O, ਦੋਨੋਂ ਰਿਐਕਟ ਕਰਕੇ ਕੀ ਬਣਾ ਰਹੇ ਨੇ CaCl2 ਕੈਲਸ਼ੀਅਮ ਕਲੋਰਾਈਡ ਪਲੱਸ ਵਾਟਰ। ਨੈਕਸਟ ਰਿਐਕਸ਼ਨ ਆਫ ਨਾਨ ਮੈਟੈਲਿਕ ਆਕਸਾਈਡਸ ਵਿਦ ਬੇਸਿਸ। ਨਾਨ ਮੈਟੈਲਿਕ ਆਕਸਾਈਡਸ ਹੁੰਦੇ ਨੇ ਐਸਿਡਸ, ਇਹਨਾਂ ਦਾ ਐਸਿਡਿਕ ਨੇਚਰ ਹੁੰਦਾ, ਇਹਨਾਂ ਦੀ ਰਿਐਕਸ਼ਨ ਬੇਸ ਦੇ ਨਾਲ, ਐਸਿਡ ਦੀ ਰਿਐਕਸ਼ਨ ਬੇਸ ਦੇ ਨਾਲ ਨਿਊਟਰਲਾਈਜੇਸ਼ਨ ਰਿਐਕਸ਼ਨ ਕੀ ਫਾਰਮ ਹੋਊਗਾ ਸਾਲਟ ਪਲੱਸ ਵਾਟਰ। ਬੇਸ ਦੀ ਰਿਐਕਸ਼ਨ ਹੋਊਗੀ ਇਹਦੇ ਵਿੱਚ ਨਾਨ ਮੈਟੈਲਿਕ ਆਕਸਾਈਡ ਦੇ ਨਾਲ ਤੇ ਕੀ ਫਾਰਮ ਹੋਊਗਾ ਸਾਲਟ ਪਲੱਸ ਵਾਟਰ। ਬੇਸ ਐਗਜ਼ਾਮਪਲ ਲਿੱਤੇ ਆ ਕੈਲਸ਼ੀਅਮ ਹਾਈਡਰੋਕਸਾਈਡ CaOH2 ਪਲੱਸ ਨਾਨ ਮੈਟੈਲਿਕ ਆਕਸਾਈਡ ਨਾਨ ਮੈਟਲ ਕਾਰਬਨ ਆਕਸਾਈਡ ਮਤਲਬ ਆਕਸੀਜਨ ਕਾਰਬਨ ਡਾਈਆਕਸਾਈਡ ਨਾਲ ਰਿਐਕਸ਼ਨ ਇਹਦੀ ਕੀ ਫਾਰਮ ਹੋ ਰਿਹਾ ਇਹਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਪਲੱਸ ਵਾਟਰ। ਨੈਕਸਟ ਇਜ਼ pH ਯੂਨੀਵਰਸਲ ਇੰਡੀਕੇਟਰ ਆ, ਇਹ ਹੁੰਦਾ ਪਾਵਰ ਆਫ ਹਾਈਡਰੋਜਨ ਆਇਨਸ। P ਦਾ ਮਤਲਬ ਹੁੰਦਾ ਇੱਕ ਜਰਮਨ ਵਰਡ ਆ ਪੋਟੈਂਸ ਇਹਦਾ ਮਤਲਬ ਹੁੰਦਾ ਪਾਵਰ। ਇਟ ਇਜ਼ ਮਿਕਸਚਰ ਆਫ ਸੈਵਰਲ ਇੰਡੀਕੇਟਰਸ, ਇਹ ਕੀ ਹੁੰਦਾ ਕਈ ਇੰਡੀਕੇਟਰਾਂ ਤੋਂ ਮਿਲ ਕੇ ਬਣਿਆ ਹੁੰਦਾ, ਕਈ ਇੰਡੀਕੇਟਰਾਂ ਦਾ ਮਿਕਸਚਰ ਆ ਇਹ। ਇਟ ਸ਼ੋਜ਼ ਡਿਫਰੈਂਟ ਕਲਰਸ ਐਟ ਡਿਫਰੈਂਟ ਕੰਸਨਟ੍ਰੇਸ਼ਨ ਆਫ H ਪੋਜ਼ਿਟਿਵ ਆਇਨਸ ਇਨ ਦਾ ਸੋਲਿਊਸ਼ਨ। ਇਹ ਕੀ ਕਰਦਾ ਹੈ ਸੋਲਿਊਸ਼ਨ ਦੇ ਵਿੱਚ ਜਿਹੜੇ ਹਾਈਡਰੋਜਨ ਆਇਨਸ ਹੁੰਦੇ ਆ ਉਹਨਾਂ ਦੇ ਡਿਫਰੈਂਟ ਅਲੱਗ-ਅਲੱਗ ਉਹਨਾਂ ਦੀ ਮਾਤਰਾ ਜਿਹੜੀ ਹੋਊਗੀ ਉਹਨਾਂ ਵਿੱਚ ਇਹ ਡਿਫਰੈਂਟ ਕਲਰਸ ਸ਼ੋ ਕਰਦੇ ਆ। pH ਨੂੰ ਯੂਜ਼ ਕਰਿਆ ਜਾਂਦਾ ਕੰਸਨਟ੍ਰੇਸ਼ਨ ਪਤਾ ਕਰਨ ਲਈ H ਪੋਜ਼ਿਟਿਵ ਆਇਨਸ ਦੀ ਕਿ ਕਿੰਨੀ ਕੰਸਨਟ੍ਰੇਸ਼ਨ ਹਾਈਡਰੋਜਨ ਆਇਨਸ ਦੀ ਸੋਲਿਊਸ਼ਨ ਦੇ ਵਿੱਚ। ਇਹਦੇ 'ਤੇ ਇੱਕ ਸਕੇਲ ਹੁੰਦਾ 0 ਤੋਂ 14 ਤੱਕ। ਇਹਦੇ ਵਿੱਚ 7 ਤੋਂ ਅਗਰ ਘੱਟ ਵੈਲਿਊ ਆ ਰਹੀ ਆ ਤਾਂ ਉਹ ਹੋਊਗਾ ਐਸਿਡ, 7 ਤੋਂ ਜ਼ਿਆਦਾ ਵੈਲਿਊ ਆ ਰਹੀ ਆ ਤਾਂ ਬੇਸ, ਅਗਰ 7 ਆ ਰਹੀ ਆ ਤਾਂ ਉਹ ਨਿਊਟਰਲ ਸੋਲਿਊਸ਼ਨ। ਇਹਦੇ ਵਿੱਚ ਜਿੰਨੀ ਜ਼ਿਆਦਾ ਕੰਸਨਟ੍ਰੇਸ਼ਨ H ਪੋਜ਼ਿਟਿਵ ਆਇਨਸ ਦੀ ਆਊਗੀ ਉਨੀ ਹੀ ਘੱਟ ਉਹਦੀ pH ਦੀ ਵੈਲਿਊ ਆਊਗੀ, ਮਤਲਬ ਕਿ ਘੱਟ pH ਵੈਲਿਊ ਆਊਗੀ ਜਦੋਂ ਜ਼ਿਆਦਾ ਕੰਸਨਟ੍ਰੇਸ਼ਨ ਹੋਊਗੀ H ਪੋਜ਼ਿਟਿਵ ਆਇਨਸ ਦੀ, 7 ਤੋਂ ਘੱਟ ਵੈਲਿਊ ਹੋਊਗੀ। ਤੇ H ਪੋਜ਼ਿਟਿਵ ਆਇਨਸ ਦੀ ਕੰਸਨਟ੍ਰੇਸ਼ਨ ਕਿੱਥੇ ਜ਼ਿਆਦਾ ਹੁੰਦੀ ਹੈ ਐਸਿਡਸ ਵਿੱਚ। ਬੁੱਕ 'ਚ ਫਿਗਰ 2.6 ਵਿੱਚ ਦਿਖਾਇਆ ਕਿ H ਪੋਜ਼ਿਟਿਵ ਆਇਨਸ ਤੇ OH ਨੈਗੇਟਿਵ ਆਇਨਸ ਦੀ ਕੰਸਨਟ੍ਰੇਸ਼ਨ ਇਹਨਾਂ ਦੀ ਜਿਹੜੀ ਮਾਤਰਾ ਉਹਨੂੰ ਚੇਂਜ ਕਰਨ ਦੇ ਨਾਲ pH ਵਿੱਚ ਕੀ ਵੇਰੀਏਸ਼ਨਸ ਆਉਂਦੀਆਂ ਨੇ, pH ਵਿੱਚ ਕੀ ਚੇਂਜਸ ਆਉਂਦੀਆਂ ਨੇ। ਇਹਦੇ ਵਿੱਚ ਦਿਖਾਇਆ ਕਿ ਆ ਸਾਰਾ ਬਲੂ ਕਲਰ 'ਚ ਜਿਹੜਾ H ਪੋਜ਼ਿਟਿਵ ਆਇਨਸ ਨੇ ਤੇ ਆ ਵਾਈਟ ਕਲਰ ਵਿੱਚ OH ਨੈਗੇਟਿਵ ਆਇਨਸ ਨੇ। ਜਿੰਨਾ ਜ਼ਿਆਦਾ H ਪੋਜ਼ਿਟਿਵ ਆਇਨਸ ਹੋਣਗੇ ਉਨਾ ਜ਼ਿਆਦਾ ਉਹਦਾ ਐਸਿਡਿਕ ਨੇਚਰ ਆ ਉਹ ਵਧੀ ਜਾਣਾ, ਤਾਂ ਇੱਧਰ ਵਾਲੀ ਸਾਈਡ ਨੂੰ ਐਸਿਡਿਕ ਨੇਚਰ ਆ ਜਿਹੜਾ ਇਨਕਰੀਜ਼ ਕਰਦਾ। H ਪੋਜ਼ਿਟਿਵ ਆਇਨਸ ਦੇ ਵਧਣ ਦੇ ਨਾਲ ਲੈਫਟ ਹੈਂਡ ਸਾਈਡ ਨੂੰ ਐਸਿਡਿਕ ਨੇਚਰ ਵੀ ਕੀ ਹੋਊਗਾ ਇਨਕਰੀਜ਼ ਹੋਊਗਾ, ਤੇ ਰਾਈਟ ਹੈਂਡ ਸਾਈਡ ਵੱਲ ਬੇਸਿਕ ਨੇਚਰ ਇਨਕਰੀਜ਼ ਕਰਦਾ ਕਿਉਂਕਿ OH ਨੈਗੇਟਿਵ ਆਇਨਸ ਵਧੀ ਜਾਂਦੇ ਆ ਤੇ H ਪੋਜ਼ਿਟਿਵ ਆਇਨਸ ਇੱਥੇ ਮਾਤਰਾ ਬਹੁਤ ਘੱਟ ਆ, ਬਹੁਤ ਜ਼ਿਆਦਾ ਘੱਟ ਆ। ਤੇ 7 ਤੇ ਕੀ ਹੁੰਦੀ ਆ ਨਿਊਟਰਲ। ਇਹ ਡਾਇਗਰਾਮ ਵਿੱਚ pH ਪੇਪਰ ਤੇ ਕੁਝ ਕਾਮਨ ਸਬਸਟੈਂਸਿਸ ਦਾ pH ਦੀ ਵੈਲਿਊ ਦੱਸੀ ਆ ਤੇ ਜਿਹੜੇ ਇਹਦੇ ਵਿੱਚ ਜਿਹੜੇ ਕਲਰਸ ਦੱਸੇ ਨੇ ਰਫਲੀ ਐਸਟੀਮੇਟ ਆ। ਇਹ ਵੈਸੇ ਅਕੋਰਡਿੰਗ ਹੁੰਦਾ ਜਿਹੜੇ ਰੇਨਬੋ 'ਚ ਕਲਰ ਹੁੰਦੇ ਆ ਉਹਦੇ ਅਕੋਰਡਿੰਗ, ਵਿਬਗਯੋਰ, ਵਾਇਲਟ, ਇੰਡੀਗੋ, ਇੱਥੇ ਬਲੂ, ਗ੍ਰੀਨ, ਯੈਲੋ, ਔਰੇਂਜ, ਰੈਡ ਵਿਬਗਯੋਰ ਦੇ ਅਕੋਰਡਿੰਗ ਹੁੰਦਾ। ਤੇ ਇਹਦੇ ਵਿੱਚ ਗੈਸਟ੍ਰਿਕ ਜੂਸ ਦੀ pH ਵੈਲਿਊ 1.2, ਲੈਮਨ ਜੂਸ ਦੀ 2.2, ਪਿਓਰ ਵਾਟਰ ਜਾਂ ਬਲੱਡ 7.4, ਮਿਲਕ ਆਫ ਮੈਗਨੀਸ਼ੀਆ 10 ਤੇ ਸੋਡੀਅਮ ਹਾਈਡਰੋਕਸਾਈਡ ਸੋਲਿਊਸ਼ਨ 14। Uses or importance of pH in everyday life। ਰੋਜ਼ਾਨਾ ਜੀਵਨ ਵਿੱਚ pH ਦਾ ਮਹੱਤਵ। ਫਸਟ, our body works between pH 7 to 7.8। ਸਾਡੀ ਜਿਹੜੀ ਬੋਡੀ ਆ ਉਹ pH 7 ਤੋਂ ਲੈ ਕੇ 7.8 ਦੇ ਵਿਚਕਾਰ ਵਰਕ ਕਰਦੀ ਕੰਮ ਕਰਦੀ ਆ। ਸੈਕਿੰਡ, pH ਆਫ ਰੇਨ ਵਾਟਰ, ਜਿਹੜਾ ਰੇਨ ਵਾਟਰ ਦੀ pH ਹੁੰਦੀ ਹੈ ਜੇਕਰ ਉਹ ਲੈਸ ਦੈਨ ਘੱਟ ਜਾਵੇ 5.6 ਤੋਂ ਤਾਂ ਉਹ ਹੋ ਜਾਂਦੇ ਆ ਐਸਿਡ ਰੇਨ ਬਣ ਜਾਂਦੀ ਆ। ਥਰਡ, our stomach produces HCl। ਸਾਡਾ ਸਟਮਕ ਆ ਜਿਹੜਾ ਉਹਦੇ ਵਿੱਚ ਪ੍ਰੋਡਿਊਸ ਹੁੰਦਾ HCl। ਫੋਰਥ, ਟੂਥ ਡਿਕੇ ਸਟਾਰਟਸ ਵੈਨ pH ਆਫ ਮਾਊਥ ਲੈਸ ਦੈਨ 5.5। ਟੂਥ ਡਿਕੇ ਹੁੰਦਾ ਦੰਦਾਂ 'ਚ ਸੜਨ, ਇਹ ਸਟਾਰਟ ਹੋ ਜਾਂਦੇ ਜੇਕਰ ਮਾਊਥ ਦੇ ਆਪਣੀ pH ਵੈਲਿਊ ਜਿਹੜੀ ਉਹ 5.5 ਤੋਂ ਘੱਟ ਜਾਵੇ। ਫਿਫਥ, ਪਲਾਂਟ ਨੀਡ ਸਪੈਸੀਫਿਕ pH ਫॉर देयर ਹੈਲਥੀ ਗਰੋਥ। ਪੇੜ ਪੌਦਿਆਂ ਨੂੰ ਵੀ ਕੁਝ ਸਪੈਸੀਫਿਕ pH ਚਾਹੀਦੀ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਦੀ ਹੈਲਥੀ ਗਰੋਥ ਹੋ ਸਕੇ, ਉਹਨਾਂ ਨੂੰ ਲੋੜ ਹੁੰਦੀ ਆ ਉਹਦੀ। ਸਿਕਸਥ, ਸੈਲਫ ਡਿਫੈਂਸ ਬਾਏ ਐਨੀਮਲਸ ਲਈ ਵੀ ਸੈਲਫ ਡਿਫੈਂਸ ਵਿੱਚ pH ਦਾ ਬਹੁਤ ਮਹੱਤਵ ਆ।